ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀ ਵਲੰਗਈ ਮਾਨ ਸ਼ੰਕਰ ਨਾਰਾਇਣ ਸ਼੍ਰੀਨਿਵਾਸ ਸ਼ਾਸਤਰੀ, ਸੁਤੰਤਰਤਾ ਸੈਨਾਨੀ ਅਤੇ ਲੇਖਕ ਨਿਤਿਆਨੰਦ ਮੋਹਪਾਤਰ ਅਤੇ ਸੁਤੰਤਰਤਾ ਸੈਨਾਨੀ ਅਨੁਰੂਪ ਸੇਨ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਦੀ ਇਸ ਕੜੀ ਵਿੱਚ ਅਸੀਂ ਸੁਤੰਤਰਤਾ ਸੈਨਾਨੀ ਵਲੰਗਈ ਮਾਨ ਸ਼ੰਕਰ ਨਾਰਾਇਣ ਸ਼੍ਰੀਨਿਵਾਸ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਉਹਨਾਂ ਦਾ ਦੇਹਾਂਤ 17 ਅਪ੍ਰੈਲ 1946 ਨੂੰ ਹੋਇਆ ਸੀ। ਸਰਵੈਂਟਸ ਆਫ ਇੰਡੀਆ ਸੁਸਾਇਟੀ ਦੇ ਮੈਂਬਰ ਸ਼ਾਸਤਰੀ ਨੇ 1908 ਤੋਂ 1922 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਦੇ ਰੂਪ ਵਿੱਚ ਕੰਮ ਕੀਤਾ। ਸ਼ਾਸਤਰੀ ਦਾ ਜਨਮ 22 ਸਤੰਬਰ 1869 ਨੂੰ ਤਮਿਲਨਾਡੂ ਦੇ ਤੰਜੌਰ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਪਹਿਲੀ ਵਾਰ 1906 ਵਿੱਚ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਮਿਲੇ ਅਤੇ ਗੋਖਲੇ ਦੀ ਸਰਵੈਂਟਸ ਆਫ ਇੰਡੀਆ ਸੁਸਾਇਟੀ ਵੱਲ ਆਕਰਸ਼ਿਤ ਹੋਏ। 1915 ਵਿੱਚ ਉਹ ਉਸ ਸੰਗਠਨ ਦੇ ਮੁਖੀ ਬਣ ਗਏ। ਸ਼ਾਸਤਰੀ 1908 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ 1911 ਵਿੱਚ ਮਦਰਾਸ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਬਣੇ। ਉਹਨਾਂ ਨੇ 1913 ਤੋਂ 1916 ਤੱਕ ਮਦਰਾਸ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਦੇ ਰੂਪ ਵਿੱਚ ਕੰਮ ਕੀਤਾ। ਉਹ 1916 ਤੋਂ 1919 ਤੱਕ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਆਫ ਇੰਡੀਆ ਦੇ ਮੈਂਬਰ ਅਤੇ 1920 ਤੋਂ 1925 ਕੌਂਸਲ ਆਫ ਸਟੇਟ ਦੇ ਮੈਂਬਰ ਰਹੇ। ਉਹਨਾਂ ਨੇ ਰੌਲਟ ਐਕਟ ਦਾ ਵਿਰੋਧ ਕੀਤਾ। ਸ਼ਾਸਤਰੀ ਨੇ ਬਿੱਲ ਦੀ ਨਿੰਦਾ ਕਰਦਿਆਂ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵਿੱਚ ਭਾਸ਼ਣ ਦਿੱਤਾ, ਜਿਸ ਨੂੰ ਕਾਫੀ ਸਰਾਹਿਆ ਗਿਆ। ਸ਼ਾਸਤਰੀ ਨੇ ਲੀਗ ਆਫ ਨੇਸ਼ਨਜ਼ ਦੇ ਲਈ ਭਾਰਤ ਦੇ ਵਫਦ ਅਤੇ ਬਰਤਾਨੀਆ ਦੀ ਪ੍ਰੀਵੀ ਕੌਂਸਲ ਦੇ ਮੈਂਬਰ ਦੇ ਰੂਪ ਵਿੱਚ ਵੀ ਕੰਮ ਕੀਤਾ। ਉਹ ਯੂਨੀਅਨ ਆਫ ਸਾਊਥ ਅਫਰੀਕਾ ਦੇ ਲਈ ਏਜੰਟ ਵੀ ਰਹੇ। 1924 ਵਿੱਚ ਭਾਰਤ ਦੇ ਲਈ ਹੋਮ ਰੂਲ ਦੀ ਮੰਗ ਲਈ ਉਹਨਾਂ ਨੇ ਐਨੀ ਬੇਸੈਂਟ ਦੇ ਨਾਲ ਇੰਗਲੈਂਡ ਦੀ ਯਾਤਰਾ ਕੀਤੀ। ਸ਼ਾਸਤਰੀ ਮਹਾਤਮਾ ਗਾਂਧੀ ਦੇ ਕਰੀਬੀ ਮਿੱਤਰ ਅਤੇ ਸਹਿਯੋਗੀ ਵੀ ਸਨ। ਗਾਂਧੀ ਜੀ ਲਿਖਣੀ ਵਿੱਚ ਉਹਨਾਂ ਨੂੰ ਵੱਡੇ ਭਰਾ ਦੇ ਰੂਪ ਵਿੱਚ ਸੰਬੋਧਿਤ ਕਰਦੇ ਸਨ। 1930-31 ਦੇ ਦੌਰਾਨ ਸ਼ਾਸਤਰੀ ਨੇ ਭਾਰਤ ਦੇ ਭਵਿੱਖ ਤੇ ਚਰਚਾ ਕਰਨ ਲਈ ਲੰਡਨ ਵਿੱਚ ਗੋਲਮੇਜ਼ ਸੰਮੇਲਨ ਵਿੱਚ ਭਾਗ ਲਿਆ ਅਤੇ ਗਾਂਧੀ-ਇਰਵਿਨ ਸਮਝੌਤੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਨੇ ਭਾਰਤ ਦੀ ਵੰਡ ਲਈ ਮੁਸਲਿਮ ਲੀਗ ਦੀ ਮੰਗ ਦਾ ਕਰੜਾ ਵਿਰੋਧ ਕੀਤਾ। ਸ਼ਾਸਤਰੀ ਦੀ ਮੌਤ ਤੇ ਗਾਂਧੀ ਜੀ ਨੇ ਹਰੀਜਨ ਵਿੱਚ ਪ੍ਰਕਾਸ਼ਿਤ ਸੰਵੇਦਨਾ ਸੁਨੇਹੇ ਵਿੱਚ ਉਹਨਾਂ ਨੇ ਸ਼ਰਧਾਂਜਲੀ ਦਿੰਦਿਆਂ ਲਿਖਿਆ, ਮੌਤ ਨੇ ਨਾ ਕੇਵਲ ਸਾਨੂੰ ਵੱਖ ਕਰ ਦਿੱਤਾ, ਬਲਕਿ ਭਾਰਤ ਦੇ ਸ਼੍ਰੇਸ਼ਠ ਪੁੱਤਰਾਂ ਵਿੱਚੋਂ ਇੱਕ ਨੂੰ ਇਸ ਦੁਨੀਆ ਤੋਂ ਵੀ ਜੁਦਾ ਕਰ ਦਿੱਤਾ। ਇਸ ਮਹਾਨ ਭਾਰਤੀ ਨੂੰ ਨਮਨ। ਅੱਜ ਅਸੀਂ ਗਾਂਧੀਵਾਦੀ ਸੁਤੰਤਰਤਾ ਸੈਨਾਨੀ ਅਤੇ ਲੇਖਕ ਨਿਤਿਆਨੰਦ ਮੋਹਪਾਤਰ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਉਹਨਾਂ ਦਾ ਦੇਹਾਂਤ 17 ਅਪ੍ਰੈਲ 2012 ਨੂੰ ਹੋਇਆ। ਨਿਤਿਆਨੰਦ ਰਾਸ਼ਟਰਵਾਦੀ ਗਤੀਵਿਧੀਆਂ ਲਈ 1930 ਅਤੇ 1942 ਦਰਮਿਆਨ 3 ਵਾਰ ਅੰਗਰੇਜ਼ਾਂ ਦੀ ਜੇਲ੍ਹ ਵਿੱਚ ਰਹੇ। ਸਵਰਾਜਯਪਾਲ ਜਿਹੀ ਕਵਿਤਾ ਅਤੇ ਮੌਸੀ ਜਿਹੀ ਲਘੂ ਕਥਾ ਜਿਹੀਆਂ ਉਹਨਾਂ ਦੀਆਂ ਸ਼ੁਰੂਆਤੀ ਲਿਖਤਾਂ ਤੇ ਅੰਗਰੇਜ਼ਾਂ ਨੇ ਪਾਬੰਦੀ ਲਗਾ ਦਿੱਤੀ ਸੀ। ਸੁਤੰਤਰਤਾ ਤੋਂ ਬਾਅਦ ਨਿਤਿਆਨੰਦ ਚੋਣ ਰਾਜਨੀਤੀ ਵਿੱਚ ਆ ਗਏ। ਉਹ 1957 ਤੋਂ 1971 ਤੱਕ ਓਡੀਸ਼ਾ ਵਿਧਾਨ ਸਭਾ ਦੇ ਮੈਂਬਰ ਰਹੇ। ਉਹਨਾਂ ਨੇ 1967 ਤੋਂ 1971 ਤੱਕ ਸਪਲਾਈ ਅਤੇ ਸੰਸਕ੍ਰਿਤਿਕ ਕਾਰਜ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ। ਮਹਾਨ ਉੜੀਆ ਕਵੀ ਕਾਂਤ ਕਵੀ ਲక్ష్ਮੀਕਾਂਤ ਮੋਹਪਾਤਰ ਦੇ ਪੁੱਤਰ ਨਿਤਿਆਨੰਦ ਉੜੀਆ ਪੱਤਰਿਕਾ ਡਗਰ ਦੇ ਸੰਪਾਦਕ ਅਤੇ ਸੁਤੰਤਰਤਾ ਤੋਂ ਬਾਅਦ ਲਘੂ ਕਥਾਕਾਰ ਦੇ ਰੂਪ ਵਿੱਚ ਸਾਹਿਤ ਜਗਤ ਵਿੱਚ ਆਏ। ਉਹ ਅੰਤਿਮ ਸਮੇਂ ਤੱਕ ਰਾਸ਼ਟਰ ਦੀ ਬਿਹਤਰੀ ਲਈ ਕੰਮ ਕਰਦੇ ਰਹੇ। ਇਸ ਮਹਾਨ ਰਾਸ਼ਟਰਵਾਦੀ ਨੂੰ ਨਮਨ। ਅਸੀਂ ਸੁਤੰਤਰਤਾ ਸੈਨਾਨੀ ਅਨੁਰੂਪ ਸੇਨ ਨੂੰ ਵੀ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਉਹਨਾਂ ਦਾ ਦੇਹਾਂਤ 17 ਅਪ੍ਰੈਲ 1924 ਨੂੰ ਹੋਇਆ ਸੀ। ਚਟਗਾਉਂ ਦੇ ਨਿਵਾਸੀ ਅਨੁਰੂਪ ਸੇਨ ਵੱਖ-ਵੱਖ ਕ੍ਰਾਂਤੀਕਾਰੀ ਦਲਾਂ ਨਾਲ ਜੁੜੇ ਰਹੇ। ਨਾ ਮਿਲਵਰਤਣ ਅੰਦੋਲਨ ਵਿੱਚ ਭਾਗ ਲੈਣ ਦੇ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਉਹ ਸ਼ੁਰੂਆਤੀ ਚਟਗਾਉਂ ਰੈਵੋਲਿਊਸ਼ਨਰੀ ਗਰੁੱਪ ਦਾ ਗਠਨ ਕਰਨ ਵਾਲੇ ਸੂਰਿਆ ਸੇਨ, ਨਾਗੇਨ ਸੇਨ, ਅੰਬਿਕਾ ਚੱਕਰਵਰਤੀ ਅਤੇ ਚਾਰੂ ਵਿਕਾਸ ਦੱਤ ਦੇ ਨਾਲ 5 ਹਸਤੀਆਂ ਵਿੱਚ ਸ਼ਾਮਲ ਸਨ। ਉਹਨਾਂ ਨੂੰ ਦਕਸ਼ਨੇਸ਼ਵਰ ਬੰਬ ਸਾਜ਼ਿਸ਼ ਵਿੱਚ ਗ੍ਰਿਫਤਾਰ ਕੀਤਾ ਗਿਆ
ਅਤੇ 17 ਅਪ੍ਰੈਲ 1924 ਨੂੰ ਵਾਰਾਣਸੀ ਵਿੱਚ ਨਜ਼ਰਬੰਦੀ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ। ਧਰਤੀ ਮਾਂ ਦੇ ਇਸ ਮਹਾਨ ਸਪੂਤ ਨੂੰ ਸਾਡਾ ਕੋਟ-ਕੋਟ ਨਮਨ।